एवरीवन, सत श्री अकाल सारिਆਂ ਨੂੰ। ਆਪਾਂ ਕਰ ਰਹੇ ਹਾਂ 4th ਕਲਾਸ ਦੀ ਬੁੱਕ ਮਾਈ ਵਰਲਡ ਤੇ ਸ਼ੁਰੂ ਕਰਨ ਜਾ ਰਹੇ ਹਾਂ ਉਹਦਾ 15th ਲੈਸਨ ਕਲੀਨਲੀਨੈਸ ਆਫ ਹੈਬਿਟੈਟ, ਯਾਨੀ ਕਿ ਜਿੱਥੇ ਤੁਸੀਂ ਰਹਿੰਦੇ ਹੋ ਦੀ ਸਾਫ ਸਫਾਈ। ਕਲੀਨਲੀਨੈਸ। In the morning assembly today, headmaster told the students, "Dear children, cleanliness means to clean and keep hygiene." ਕਲੀਨਲੀਨੈਸ यानी कि सफाई। ਅੱਜ ਸਵੇਰ ਦੀ ਸਭਾ ਵਿੱਚ ਹੈਡਮਾਸਟਰ ਨੇ ਵਿਦਿਆਰਥੀਆਂ ਨੂੰ ਕਿਹਾ, ਪਿਆਰੇ ਬੱਚਿਓ, ਸਫਾਈ ਦਾ ਮਤਲਬ ਹੈ ਸਾਫ਼ ਸਫਾਈ ਰੱਖਣਾ ਤੇ ਸਵੱਛਤਾ ਰੱਖਣਾ। This cleanliness can be of our body as well as of our surrounding। ਤੇ ਇਹ ਸਫਾਈ ਸਾਡੇ ਸਰੀਰ ਦੇ ਨਾਲ-ਨਾਲ ਸਾਡੇ ਆਲੇ ਦੁਆਲੇ ਦੀ ਵੀ ਹੋ ਸਕਦੀ ਹੈ। As we look good and be safe from diseases by keeping our body clean, ਇੱਥੇ ਕਿਹਾ ਗਿਆ ਕਿ ਜਿਸ ਤਰੀਕੇ ਦੇ ਨਾਲ ਅਸੀਂ ਆਪਣੇ ਸਰੀਰ ਨੂੰ ਸਾਫ਼ ਸੁਥਰਾ ਰੱਖ ਕੇ ਚੰਗੇ ਲੱਗਦੇ ਹਾਂ ਤੇ ਬਿਮਾਰੀਆਂ ਤੋਂ ਦੂਰ ਰਹਿੰਦੇ ਹਾਂ, similarly our surroundings look beautiful and diseases also do not spread if we keep clean। ਤੇ ਇਸੇ ਤਰੀਕੇ ਦੇ ਨਾਲ ਸਾਡਾ ਆਲਾ ਦੁਆਲਾ ਵੀ ਖੂਬਸੂਰਤ ਦਿਖਾਈ ਦਿੰਦਾ ਹੈ ਜੇ ਆਪਾਂ ਸਫਾਈ ਰੱਖਦੇ ਹਾਂ ਅਤੇ ਬਿਮਾਰੀਆਂ ਵੀ ਨਹੀਂ ਫੈਲਦੀਆਂ। So, it is necessary to keep our houses, roads, streets, schools and parks clean। ਤੇ ਇਸ ਲਈ ਆਪਣੇ ਘਰਾਂ ਨੂੰ, ਸੜਕਾਂ ਨੂੰ, ਗਲੀਆਂ ਨੂੰ, ਸਕੂਲਾਂ ਨੂੰ ਤੇ ਪਾਰਕਾਂ ਨੂੰ ਸਾਫ਼ ਰੱਖਣਾ ਜ਼ਰੂਰੀ ਹੈ। Garbage यानी कि कूड़ा। We often keep on throwing pages of books and notebooks, eatables, wrappers of toffees, etc. daily in our classroom and schools। ਅਸੀਂ ਅਕਸਰ ਆਪਣੇ ਕਲਾਸਰੂਮ ਦੇ ਵਿੱਚ, ਸਕੂਲਾਂ ਦੇ ਵਿੱਚ ਕਿਤਾਬਾਂ ਤੇ ਨੋਟਬੁੱਕ ਦੇ ਪੰਨੇ, ਖਾਣ ਪੀਣ ਦੀਆਂ ਚੀਜ਼ਾਂ, ਟੌਫੀਆਂ ਦੇ ਰੈਪਰ ਆਦਿ ਸੁੱਟਦੇ ਰਹਿੰਦੇ ਹਾਂ। We also keep on throwing many more things like vegetables and fruit peels, leaves of trees, wastage of garden, waste paper, broken utensils, empty cans, wastage of animal sheds, etc। ਤੇ ਇਸ ਦੇ ਨਾਲ ਅਸੀਂ ਹੋਰ ਵੀ ਕਈ ਸਾਰੀਆਂ ਚੀਜ਼ਾਂ ਸਿੱਟਦੇ ਨੇ, ਜਿਵੇਂ ਸਬਜ਼ੀਆਂ ਤੇ ਫਲਾਂ ਦੇ ਛਿਲਕੇ, ਦਰਖਤਾਂ ਦੇ ਪੱਤੇ, ਬਾਗ ਦੀ ਜਿਹੜੀ ਵੇਸਟ ਹੁੰਦਾ ਹੈ, ਗਾਰਡਨ ਦਾ ਕਾਗਜ਼, ਰਹਿੰਦੇ ਖੁੰਦੇ ਤੇ ਨਾਲ ਦੀ ਨਾਲ ਟੁੱਟੇ ਹੋਏ ਭਾਂਡੇ, ਐਮਟੀ ਕੈਨਸ, ਖਾਲੀ ਡੱਬੇ ਤੇ ਪਸ਼ੂਆਂ ਤੋਂ ਵੀ ਜਿਹੜਾ ਵੇਸਟ ਆਉਂਦਾ ਹੈ ਉਹ ਵੀ ਆਪਾਂ ਸਿੱਟ ਦਿੰਦੇ ਹਾਂ। This type of waste material is called garbage। ਤੇ ਇਸ ਤਰੀਕੇ ਦੇ ਕੂੜੇ ਨੂੰ ਆਪਾਂ garbage ਕਹੀਦਾ। ਆ ਦੇਖੋ ਇੱਥੇ ਬਣਾਈ ਵੀ ਹੋਈ ਹੈ ਤਸਵੀਰ। If we produce so much garbage in our schools and homes, then think how much garbage would be produced in our villages, district or in our country। ਜੇਕਰ ਅਸੀਂ ਆਪਣੇ ਸਕੂਲਾਂ ਤੇ ਘਰਾਂ ਵਿੱਚ ਇੰਨਾ ਕੂੜਾ ਪੈਦਾ ਕਰਦੇ ਹਾਂ ਤਾਂ ਸੋਚੋ ਸਾਡੇ ਪਿੰਡ, ਜ਼ਿਲ੍ਹੇ ਜਾਂ ਸਾਡੇ ਦੇਸ਼ ਵਿੱਚ ਕਿੰਨਾ ਕੂੜਾ ਪੈਦਾ ਹੁੰਦਾ ਹੋਏਗਾ। If we do not dispose of this garbage, many diseases will spread। ਤੇ ਜੇਕਰ ਅਸੀਂ ਇਸ ਕੂੜੇ ਦਾ ਨਿਪਟਾਰਾ ਸਹੀ ਤਰੀਕੇ ਦੇ ਨਾਲ ਨਹੀਂ ਕਰਾਂਗੇ ਤਾਂ ਫਿਰ ਬਿਮਾਰੀਆਂ ਫੈਲਣਗੀਆਂ। So, it is a necessity not to pollute the environment and to keep our surroundings clean। ਤੇ ਇਸੇ ਕਰਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਨਾ ਕਰਨਾ ਤੇ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣ ਦੀ ਹੁਣ ਲੋੜ ਹੈਗੀ ਹੈ। We should keep following things in our mind for cleanliness of surrounding। ਤੇ ਸਾਨੂੰ ਆਪਣੇ ਦਿਮਾਗ ਵਿੱਚ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਆਲਾ ਦੁਆਲਾ ਸਾਫ਼ ਰਹੇ। ਇੱਥੇ ਕੁਝ ਚੀਜ਼ਾਂ ਦੱਸੀਆਂ ਹੋਈਆਂ। ਨੰਬਰ 1, always put the garbage in the dustbin। ਹਮੇਸ਼ਾ ਕੂੜੇ ਨੂੰ ਕੂੜੇਦਾਨ ਦੇ ਵਿੱਚ ਸਿੱਟੋ। Second, do not throw garbage, ਇੱਥੇ ਆਏਗਾ on the street। ਕਦੇ ਵੀ ਕੂੜੇ ਨੂੰ ਗਲੀ ਵਿੱਚ ਨਾ ਸਿੱਟੋ। Third, do not defecate in the open। ਖੁੱਲੇ ਵਿੱਚ ਸ਼ੌਚ ਨਾ ਕਰੋ। Fourth, clean the drains regularly। ਨਾਲੀਆਂ ਦੀ ਨਿਯਮਿਤ ਤੌਰ ਤੇ ਸਫਾਈ ਕਰੋ। Keep our home and school clean। ਆਪਣੇ ਘਰ ਤੇ ਸਕੂਲ ਨੂੰ ਸਾਫ਼ ਰੱਖੋ। Keep public places like bus stand, railway station and parks clean।
ਤੇ ਨਾਲ ਦੀ ਨਾਲ ਜਿਹੜਾ ਬੱਸ ਸਟੈਂਡ ਹੋ ਗਿਆ, ਰੇਲਵੇ ਸਟੇਸ਼ਨ ਹੋ ਗਿਆ, ਅਜਿਹੀਆਂ ਥਾਵਾਂ ਨੂੰ ਵੀ ਸਾਫ਼ ਰੱਖੋ। grow plants for making our environment clean and healthy, ਤੇ ਨਾਲ ਦੀ ਨਾਲ ਹੋਰ ਬੂਟੇ ਲਾਓ ਤਾਂ ਕਿ ਅਸੀਂ ਵਾਤਾਵਰਣ ਨੂੰ ਸਾਫ਼ ਤੇ ਵਧੀਆ ਰੱਖ ਸਕੀਏ। 8 do not spoil the water resources, ਪਾਣੀ ਦੇ ਜਿਹੜੇ ਰਿਸੋਰਸਸ ਹੈਗੇ ਉਹਨਾਂ ਨੂੰ ਵੇਸਟ ਨਾ ਕਰੋ। ਇੱਥੇ ਲਿਖੀ ਹੈ ਗੁੱਡ ਹੈਲਥ ਯਾਨੀ ਚੰਗੀ ਸਿਹਤ। gem of life is the health if we need this wealth, ਜੀਵਨ ਦੇ ਸਭ ਤੋਂ ਅਨਮੋਲ ਰਤਨ ਹੈਗਾ ਸਾਡਾ ਸਿਹਤ ਤੇ ਇਹ ਬਹੁਤ ਜ਼ਰੂਰੀ ਵੈਲਥ ਹੈਗੀ ਹੈ, ਯਾਨੀ ਇਸ ਨੂੰ ਕੰਪੇਅਰ ਕੀਤਾ ਗਿਆ ਪੈਸੇ ਦੇ ਬਰਾਬਰ। Keep in mind some things profound, clean home as well around, ਕੁਝ ਡੂੰਘੀਆਂ ਗੱਲਾਂ ਨੂੰ ਧਿਆਨ ਵਿੱਚ ਰੱਖੋ, ਘਰ ਦੇ ਆਲੇ ਦੁਆਲੇ ਨੂੰ ਵੀ ਸਾਫ਼ ਰੱਖੋ। Wipe your house and dust the rooms for healthy style and wealthy bloom, ਸਫਾਈ ਕਰਦੇ ਰਹੋ ਆਪਣੇ ਆਲੇ ਦੁਆਲੇ ਦੀ, ਆਪਣੇ ਕਮਰਿਆਂ ਦੀ, ਆਪਣੇ ਘਰ ਦੀ, ਤਾਂ ਕਿ ਤੁਸੀਂ ਸਿਹਤਮੰਦ ਰਹਿ ਸਕੋ। Cleanliness, go go go, defecation open, no no no, ਸਫਾਈ ਕਰੋ 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 ਪਰ ਖੁੱਲੇ ਵਿੱਚ ਸ਼ੌਚ ਨਾ ਕਰੋ। End up flies and insects, यानी मक्खियां ते कीड़ियां नु खत्म करो। Keep the disease in the brackets, यानी कि बीमारी नु डब्बे दे विच ही रख दो, गुल कर दो। Household waste is of 2 types, यानी घर तो जेड़ा कूड़ा निकलदा है दो किस्मां दा हुंदा है। घरेलू जेड़ा कूड़ा हुंदा है, नंबर 1 बायोडिग्रेडेबल, नंबर 2 नॉन बायोडिग्रेडेबल। हुण आपां समझ लैंदे हां भी ये की हुंदा है। बायोडिग्रेडेबल का मतलब है it includes paper, leaves, peels of vegetables and fruits, leftover food, animal dung and garden waste which degrade automatically after some time. इस विच कागज, पत्ते, सब्जियां दे छिलके शामिल हुंदे ने, नाल दी नाल फल ते छिलके भी शामिल हुंदे ने, पशुआं दा गोबर अते बाकी ਜਿਹੜੀ ਗਾਰਡਨ ਦਾ ਵੇਸਟ ਹੁੰਦਾ ਹੈ ਉਹ ਸ਼ਾਮਲ ਹੁੰਦਾ ਹੈ, ਜੋ ਖਤਮ ਹੋ ਜਾਂਦਾ ਹੈ ਸਮੇਂ ਦੇ ਨਾਲ ਹੀ ਆਪਣੇ ਆਪ ਤੇ ਜ਼ਿਆਦਾ ਨੁਕਸਾਨ ਵੀ ਨਹੀਂ ਕਰਦਾ ਸਾਡੇ ਵਾਤਾਵਰਣ ਨੂੰ। ਨॉन ਬਾਇਓਡੀਗ੍ਰੇਡੇਬਲ ਇਹ ਕੀ ਹੁੰਦਾ ਹੈ? ਇਟ ਇਨਕਲੂਡਸ ਪਲਾਸਟਿਕ ਬੈਗਸ, ਗਲਾਸ, ਟਿਨ, ਆਇਰਨ ਐਂਡ ਵੇਸਟ ਪਲਾਸਟਿਕ ਬੋਟਲ ਐਂਡ ਬਾਕਸਿਸ। ਤੇ ਇਸ ਦੇ ਵਿੱਚ ਕੀ ਆ ਜਾਂਦਾ ਹੈ? ਪਲਾਸਟਿਕ ਦੀਆਂ ਥੈਲੀਆਂ, ਕੰਚ, ਟਿਨ, ਲੋਹਾ ਤੇ ਹੋਰ ਪਲਾਸਟਿਕ ਦੀਆਂ ਬੋਤਲਾਂ ਤੇ ਡੱਬੇ। ਕੰਸਟਰਕਸ਼ਨ ਵੇਸਟ ਐਂਡ ਐਸ਼ ਆਲਸੋ ਆਰ ਨॉन ਬਾਇਓਡੀਗ੍ਰੇਡੇਬਲ। ਜੇ ਆਪਾਂ ਕੰਸਟਰਕਸ਼ਨ ਕਰਦੇ ਆ ਜਾਂ ਧੂਆਂ ਨਿਕਲਦਾ ਤੇ ਉਸ ਦੇ ਵਿੱਚੋਂ ਥੋੜੇ ਥੋੜੇ ਪਾਰਟੀਕਲਸ ਕਾਲੇ ਕਾਲੇ ਰੰਗ ਦੇ ਨਿਕਲਦੇ ਨੇ, ਉਹ ਵੀ ਨॉन ਬਾਇਓਡੀਗ੍ਰੇਡੇਬਲ ਹੁੰਦੇ ਨੇ, ਯਾਨੀ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦੇ ਨੇ। ਇੱਥੇ ਹੈਗਾ for teachers, ਅਧਿਆਪਕ ਲਈ। Let the students separate biodegradable and non-biodegradable things in school and discuss with groups of students about it. ਬੱਚਿਆਂ ਨੂੰ ਬਾਇਓਡੀਗ੍ਰੇਡੇਬਲ ਐਂਡ ਨਾਨ ਬਾਇਓਡੀਗ੍ਰੇਡੇਬਲ ਚੀਜ਼ਾਂ ਦੇ ਵਿੱਚ ਅੰਤਰ ਪਤਾ ਹੋਣਾ ਚਾਹੀਦਾ ਹੈ ਤੇ ਇਹੀ ਸੈਪਰੇਟ ਕਰਨ ਲਈ, ਵੱਖ-ਵੱਖ ਕਰਨ ਦੇ ਲਈ ਕਿਹਾ ਹੈ ਬੱਚਿਆਂ ਨੂੰ ਸਕੂਲ ਦੇ ਵਿੱਚ। ਹੁਣ ਗੱਲ ਕਰਦੇ ਹਾਂ ਇਫੈਕਟਸ ਬਾਰੇ, ਪ੍ਰਭਾਵ ਕੀ ਨੇ। There are many bad effects of garbage on health and environment. ਕੂੜੇ ਦੇ ਬਹੁਤ ਸਾਰੇ ਮਾੜੇ ਪ੍ਰਭਾਵ ਹੁੰਦੇ ਨੇ ਸਾਡੇ ਸਰੀਰ ਤੇ ਵਾਤਾਵਰਣ ਤੇ। ਪਹਿਲਾ, garbage gets collected in drains. ਨਾਲੀਆਂ ਵਿੱਚ ਕੂੜਾ ਇਕੱਠਾ ਹੋ ਜਾਂਦਾ ਹੈ। It results in blockage of drains which produces mosquitoes and house flies who spread diseases like dengue and malaria. ਤੇ ਇਸ ਦੇ ਨਤੀਜੇ ਜਦ ਕੂੜਾ ਨਾਲੀਆਂ ਵਿੱਚ ਇਕੱਠਾ ਹੋ ਜਾਂਦਾ ਹੈ ਉਹਦੇ ਕਰਕੇ ਬਹੁਤ ਸਾਰੇ ਮੱਛਰ ਪੈਦਾ ਹੁੰਦੇ ਨੇ ਤੇ ਫਿਰ ਉਹ ਬਿਮਾਰੀਆਂ ਫੈਲਾਉਂਦੇ ਨੇ, ਜਿਵੇਂ ਕਿ ਡੈਂਗੀ ਹੋ ਗਿਆ ਜਾਂ ਫਿਰ ਮਲੇਰੀਆ। Second, many types of insects and house flies are produced in openly dumped garbage which may give birth to dangerous diseases. ਖੁੱਲੇ ਵਿੱਚ ਸਿੱਟੇ ਕੂੜੇ ਵਿੱਚ ਕਈ ਤਰੀਕੇ ਦੇ ਕੀੜੇ ਮਕੌੜੇ ਪੈਦਾ ਹੁੰਦੇ ਨੇ ਜੋ ਖਤਰਨਾਕ ਬਿਮਾਰੀਆਂ ਨੂੰ ਜਨਮ ਦਿੰਦੇ ਨੇ। It leads to the spread of
epidemics यानी कि diseases like plague, typhoid, diarrhea, brain fever, cholera, jaundice and many skin diseases। ਤੇ ਇਸ ਕਰਕੇ ਕਈ ਤਰੀਕੇ ਦੀਆਂ ਬਿਮਾਰੀਆਂ ਫੈਲ ਜਾਂਦੀਆਂ ਨੇ, ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਪਲੇਗ ਹੋ ਗਿਆ, ਟਾਈਫੋਇਡ, ਡਾਇਰੀਆ, ਦਸਤ ਲੱਗ ਜਾਂਦੇ ਨੇ, ਬ੍ਰੇਨ ਫੀਵਰ, ਕੋਲਰਾ, ਬੰਦਾ ਜੌਂਡਿਸ ਦੇ ਵਿੱਚ ਪੀਲਾ ਹੋ ਜਾਂਦਾ ਹੈ, ਪੀਲੀਆ, ਤੇ ਨਾਲ ਦੀ ਨਾਲ ਸਕਿਨ ਦੀਆਂ ਬਹੁਤ ਸਾਰੀਆਂ ਡਿਜ਼ੀਜ਼ਸ ਹੋ ਜਾਂਦੀਆਂ ਨੇ। ਥਰਡ, cattle swallow the plastic bags from garbage dumps which results in their death। ਤੇ ਨਾਲ ਦੀ ਨਾਲ ਕੂੜੇ ਦੇ ਢੇਰ ਵਿੱਚੋਂ ਪਲਾਸਟਿਕ ਦੀਆਂ ਥੈਲੀਆਂ ਨੂੰ ਨਿਗਲ ਕੇ ਕਈ ਕਿਸਮਾਂ ਦੇ ਜਾਨਵਰਾਂ ਦੀ ਮੌਤ ਹੋ ਜਾਂਦੀ ਹੈ, ਖਾਸ ਕਰ ਗਾਵਾਂ ਦੀਆਂ। The plastic bags obstruct the drainage system। ਤੇ ਪਲਾਸਟਿਕ ਦੀ ਥੈਲੀਆਂ ਡਰੇਨੇਜ ਸਿਸਟਮ ਨੂੰ ਵੀ ਰੋਕ ਦਿੰਦੀਆਂ ਨੇ, ਰੁਕਾਵਟ ਪੈਦਾ ਕਰਦੀਆਂ ਨੇ। So the use of plastic bags must be minimized। ਤੇ ਇਸ ਲਈ ਪਲਾਸਟਿਕ ਦੇ ਥੈਲੀਆਂ ਦੀ ਵਰਤੋਂ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ, ਕਰਨੀ ਚਾਹੀਦੀ ਹੈ ਸਾਨੂੰ ਘੱਟ ਵਰਤੋਂ। Fourth, plastic bags also decrease the fertility of the soil because it takes hundreds of years to decay। ਪਲਾਸਟਿਕ ਦੀਆਂ ਥੈਲੀਆਂ ਸੋਇਲ ਦੀ ਜਿਹੜੀ ਉਪਜਾਊਪਨ ਹੈਗੀ ਹੈ, ਉਪਜਾਊ ਸ਼ਕਤੀ ਹੈ, ਉਹਨੂੰ ਵੀ ਘਟਾਉਂਦੀਆਂ ਨੇ, ਕਿਉਂਕਿ ਇਹਨਾਂ ਨੂੰ ਖਤਮ ਹੋਣ ਦੇ ਲਈ ਸਾਲੋਂ ਸਾਲ ਲੱਗ ਜਾਂਦੇ ਨੇ। It is necessary to put biodegradable and non-biodegradable waste separately। ਤੇ ਇਸ ਕਰਕੇ ਜਿਹੜਾ ਬਾਇਓਡੀਗ੍ਰੇਡੇਬਲ ਹੈ, ਜਿਹੜਾ ਖਤਮ ਹੋ ਜਾਂਦਾ ਹੈ ਵੇਸਟ, ਤੇ ਨॉन ਬਾਇਓਡੀਗ੍ਰੇਡੇਬਲ ਨੂੰ ਵੱਖ-ਵੱਖ ਕਰਕੇ ਸਿੱਟਣਾ ਚਾਹੀਦਾ ਹੈ। ਮੈਨੇਜਮੈਂਟ ਆਫ ਬਾਇਓਡੀਗ੍ਰੇਡੇਬਲ ਵੇਸਟ। ਹੁਣ ਆਪਾਂ ਬਾਇਓਡੀਗ੍ਰੇਡੇਬਲ ਵੇਸਟ ਨੂੰ ਕਿਵੇਂ ਮੁਕਾ ਸਕਦੇ ਆ, ਉਹਨੂੰ ਕਿਵੇਂ ਡੀਲ ਕਰ ਸਕਦੇ ਆ। ਨੰਬਰ 1, ਰੀਸਾਈਕਲਿੰਗ ਆਫ ਪੇਪਰ ਆਫਟਰ ਰਿਫਾਈਨਿੰਗ। ਰਿਫਾਈਨ ਕਰਨ ਤੋਂ ਬਾਅਦ ਕਾਗਜ਼ ਦੀ ਵਰਤੋਂ ਫੇਰ ਕੀਤੀ ਜਾ ਸਕਦੀ ਹੈ। ਸੈਕਿੰਡ, leaves, vegetables and fruit peels can be used as animal fodder। ਪੱਤੇ, ਸਬਜ਼ੀਆਂ, ਫਲਾਂ ਦੇ ਛਿਲਕੇ ਵਰਤੇ ਜਾ ਸਕਦੇ ਨੇ ਪਸ਼ੂਆਂ ਨੂੰ ਚਾਰਾ ਪਾਉਣ ਲਈ। Third, manure can be made by dumping cow dung of animals, garden garbage, leaves, vegetables and fruit peels, remains of eatables into a compost pit। ਆਪਾਂ ਕੀ ਕਰ ਸਕਦੇ ਹਾਂ, ਖਾਦ ਪੈਦਾ ਕਰ ਸਕਦੇ ਹਾਂ। ਕਿਹਦੇ ਚੀਜ਼ਾਂ ਤੋਂ? ਜਿਵੇਂ ਖਾਦ ਪੈਦਾ ਹੋ ਸਕਦੀ ਹੈ ਗੋਬਰ ਤੋਂ, ਬਾਗ ਦੇ ਕੂੜੇ ਤੋਂ, ਪੱਤਿਆਂ ਤੋਂ, ਸਬਜ਼ੀਆਂ ਤੇ ਫਲਾਂ ਦੇ ਛਿਲਕਿਆਂ ਤੋਂ, ਤੇ ਨਾਲ ਦੀ ਨਾਲ ਜਿਹੜਾ ਆਪਣਾ ਖਾਣਾ ਬਚ ਜਾਂਦਾ ਹੈ, ਖਾਣ ਪੀਣ ਦੀਆਂ ਚੀਜ਼ਾਂ, ਉਹਦੇ ਤੋਂ ਵੀ ਖਾਦ ਪੈਦਾ ਕੀਤੀ ਜਾ ਸਕਦੀ ਹੈ, ਇਕੱਠਾ ਕਰਕੇ ਰੱਖਿਆ ਜਾ ਸਕਦਾ ਤੇ ਉਹਦੀ ਖਾਦ ਬਣ ਜਾਂਦੀ ਹੈ। ਮੈਨੇਜਮੈਂਟ ਆਫ ਨॉन ਬਾਇਓਡੀਗ੍ਰੇਡੇਬਲ ਵੇਸਟ, ਜਿਹੜਾ ਜਲਦੀ ਨਹੀਂ ਮੁੱਕਦਾ, ਖਤਮ ਨਹੀਂ ਹੁੰਦਾ ਵਾਤਾਵਰਣ ਵਿੱਚ। ਨੰਬਰ 1, glass, tin, iron and plastic material can be reused after recycling them in factories। ਕੰਚ ਹੋ ਗਿਆ, ਟਿਨ ਹੋ ਗਿਆ, ਲੋਹਾ ਹੋ ਗਿਆ, ਪਲਾਸਟਿਕ ਦੀਆਂ ਜਿਹੜੀਆਂ ਸਮੱਗਰੀਆਂ ਹੁੰਦੀਆਂ ਨੇ, ਉਹਨਾਂ ਨੂੰ ਆਪਾਂ ਦੁਬਾਰਾ ਵਰਤ ਸਕਦੇ ਹਾਂ ਫੈਕਟਰੀਆਂ ਵਿੱਚ ਰੀਸਾਈਕਲ ਕਰਕੇ। ਸੈਕਿੰਡ, construction waste and ash can be disposed of by making landfills। ਜਿਹੜਾ ਕੰਸਟਰਕਸ਼ਨ ਤੋਂ ਜਦ ਆਪਾਂ ਮਕਾਨ ਬਣਾਉਂਦੇ ਆ, ਜਿਹੜਾ ਸਮਾਨ ਬਚ ਜਾਂਦਾ ਹੈ ਜਾਂ ਜਿਹੜੀ ਐਸ਼ ਹੁੰਦੀ ਹੈ ਜਦ ਆਪਾਂ ਕੋਈ ਚੀਜ਼ ਬਾਲਦੇ ਆ, ਉਹਨੂੰ ਆਪਾਂ ਕਿਵੇਂ ਖਤਮ ਕਰ ਸਕਦੇ ਹਾਂ? ਜ਼ਮੀਨ ਦੇ ਵਿੱਚ ਦਫਨਾ ਕੇ ਇੱਕੋ ਥਾਂ ਤੇ। It should be made far away from water sources and residential areas। ਪਰ ਆਪਾਂ ਜਿਹੜੀ ਇਹ ਪਿੱਟ ਬਣਾਉਣੀ ਹੈ, ਇੱਕ ਤਰੀਕੇ ਦੇ ਨਾਲ ਗੱਡਾ ਬਣਾਉਣਾ ਹੈ, ਇਹਨੂੰ ਪਾਣੀ ਦੇ ਜਿਹੜੇ ਸੋਰਸ ਹੈਗੇ ਉਹਦੇ ਤੋਂ ਦੂਰ ਬਣਾਉਣਾ ਹੈ ਤਾਂ ਕਿ ਇਹ ਪਾਣੀ ਨੂੰ ਪ੍ਰਦੂਸ਼ਿਤ ਨਾ ਕਰੇ, ਤੇ ਨਾਲ ਦੀ ਨਾਲ ਜਿੱਥੇ ਲੋਕ ਰਹਿ ਰਹੇ ਹੁੰਦੇ ਆ ਰੈਜ਼ੀਡੈਂਸ਼ੀਅਲ ਏਰੀਆ, ਉੱਥੋਂ ਵੀ ਦੂਰ ਬਣਾਉਣਾ ਚਾਹੀਦਾ ਹੈ। ਅੱਗੇ ਸਾਨੂੰ ਕੁਐਸਚਨ ਦਿੱਤਾ ਹੋਇਆ, ਕੁਐਸਚਨ ਨੰਬਰ 1, what are the harms of using plastic bags। ਪਲਾਸਟਿਕ ਬੈਗ ਵਰਤਣ ਦੇ ਕੀ ਨੁਕਸਾਨ ਨੇ? After using plastic bags, we throw them in the garbage। ਅਸੀਂ ਪਲਾਸਟਿਕ ਬੈਗ ਵਰਤ ਕੇ ਕੂੜੇ ਵਿੱਚ ਸੁੱਟ ਦਿੰਨੇ ਆ। Animals can swallow them। ਜਾਨਵਰ ਇਹਨਾਂ ਨੂੰ ਖਾ ਸਕਦੇ ਆ। And this can be fatal। ਤੇ ਇਹ ਬਹੁਤ ਖਤਰਨਾਕ ਹੋ ਸਕਦਾ, ਉਹਨਾਂ ਦੀ ਮੌਤ ਵੀ ਹੋ ਸਕਦੀ ਹੈ। These bags block the drainage system। ਇਹ ਜਿਹੜੇ ਬੈਗਸ ਹੁੰਦੇ ਨੇ ਪਲਾਸਟਿਕ ਦੇ, ਇਹ ਡਰੇਨੇਜ ਸਿਸਟਮ ਨੂੰ ਵੀ ਬਲੌਕ ਕਰ ਦਿੰਦੇ ਨੇ। They also cause soil pollution। ਇਹ soil ਨੂੰ ਵੀ pollute ਕਰਦੇ ਨੇ।
These are non-biodegradable and cause other environmental problems क्योंकि ਇਹ जल्दी मुकदे नहीं ने ਇਸੇ ਕਰਕੇ ਹੋਰ बहुत ਸਾਰੀਆਂ वातावरण ਨੂੰ दूषित ਕਰਨ ਵਾਲੀਆਂ ਕੰਮ ਵੀ ਇਹ ਕਰਦੇ ਨੇ। Second question, write the names of diseases that spread from openly dumped garbage। ਜੇ ਆਪਾਂ garbage ਜਾਂ ਕੂੜੇ ਨੂੰ ਏਦਾਂ ਹੀ ਸਿੱਟ ਦਈਏ ਤੇ ਉਹਦੇ ਤੋਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਹੁੰਦੀਆਂ ਨੇ? plague, typhoid, cholera, brain fever, dysentery, jaundice ਤੇ skin diseases। ਬਿਮਾਰੀਆਂ ਕਈ ਤਰੀਕੇ ਦੀਆਂ ਹੁੰਦੀਆਂ ਨੇ। ਇੱਥੇ ਹੈਗਾ for teacher ਅਧਿਆਪਕ ਦੇ ਲਈ inspire the children to know about the uses of some items of garbage। ਕੂੜੇ ਦੀਆਂ ਕੁਝ ਚੀਜ਼ਾਂ ਦੀ ਵਰਤੋਂ ਬਾਰੇ ਬੱਚਿਆਂ ਨੂੰ ਜਾਣਕਾਰੀ ਦੇਣਗੇ ਅਧਿਆਪਕ। Is there anything in the garbage from which something useful can be prepared? ਕੀ ਕੂੜੇ ਵਿੱਚ ਅਜਿਹੀ ਕੋਈ ਚੀਜ਼ ਹੈਗੀ ਹੈ ਜਿਹਦੇ ਤੋਂ ਆਪਾਂ ਕੋਈ ਲਾਭਦਾਇਕ ਚੀਜ਼ ਤਿਆਰ ਕਰ ਸਕਦੇ ਹਾਂ? Ask the children to find the houses in the village where gobar gas plants are installed to produce gobar gas। ਬੱਚਿਆਂ ਨੂੰ ਕਿਹਾ ਜਾਏ ਵੀ ਜਿਹੜੇ ਪਿੰਡਾਂ ਦੇ ਵਿੱਚ ਘਰ ਹੈਗੇ ਨੇ ਜਿੱਥੇ ਗੋਬਰ ਗੈਸ ਬਣਦੀ ਹੈ ਉਹ ਜਾ ਕੇ ਦੇਖ ਕੇ ਆਣ। ਹੁਣ ਇਹ ਗੋਬਰ ਗੈਸ ਕੀ ਹੁੰਦਾ ਹੈ? ਇਹਦੇ ਵਿੱਚ ਆਪਾਂ ਜਿਹੜਾ ਵੀ ਆਪਣਾ ਛਿਲਕੇ ਹੋ ਗਏ, ਖਾਣੇ ਦਾ ਵੇਸਟ ਹੋ ਗਿਆ, ਹਰੀਆਂ ਸਬਜ਼ੀਆਂ ਦਾ ਜਿਹੜਾ ਵੇਸਟ ਹੋ ਗਿਆ, ਜੇ ਕਿਸੇ ਨੇ ਸਿੱਟੀਆਂ ਹੋਣ ਉਹ ਇਕੱਠੀਆਂ ਕਰ ਲਿੱਤੀਆਂ ਜਾਂਦੀਆਂ ਨੇ ਤੇ ਇਹਦੇ ਤੋਂ એનર્ਜੀ ਬਣਾਈ ਜਾਂਦੀ ਹੈ। ਆ ਤੁਸੀਂ ਦੇਖ ਰਹੇ ਹੋ ਗੋਬਰ ਗੈਸ ਦਾ ਪਲਾਂਟ ਬਣਿਆ ਹੋਇਆ, ਇੱਥੋਂ એનર્ਜੀ ਮਿਲਦੀ ਹੈ, ਪਾਈਪ ਲਾਈ ਹੋਈ ਹੈ, ਇਦਾਂ ਕਰਕੇ ਵੇਸਟ ਵਿੱਚ ਪਾਇਆ ਜਾਂਦਾ ਹੈ ਇਹਦੇ। ਅੱਗੇ ਪੜ੍ਹ ਲੈਂਦੇ ਹਾਂ ਰਿਡਕਸ਼ਨ ਆਫ ਗਾਰਬੇਜ ਯਾਨੀ ਕਿ ਕੂੜੇ ਨੂੰ ਘੱਟ ਕਿਵੇਂ ਕੀਤਾ ਜਾਏ। It is estimated that approximately 300 to 500 gram of garbage is produced in our houses daily। ਇਹ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਸਾਡੇ ਘਰਾਂ ਵਿੱਚ ਰੋਜ਼ਾਨਾ ਲਗਭਗ 300 ਤੋਂ 500 ਗ੍ਰਾਮ ਕੂੜਾ ਪੈਦਾ ਹੁੰਦਾ ਹੈ। But if we try, it can be reduced as follows। ਪਰ ਜੇ ਆਪਾਂ ਚਾਹੀਏ ਤਾਂ ਇਹ ਘਟਾਇਆ ਵੀ ਜਾ ਸਕਦਾ ਹੈ। ਕਿਵੇਂ? ਨੰਬਰ 1, by minimizing the use of plastic। ਪਲਾਸਟਿਕ ਦੀ ਵਰਤੋਂ ਘੱਟੋ ਘੱਟ ਕਰ ਦਿਓ। Second, by preparing manure from biodegradable waste। ਜਿਹੜਾ ਬਾਇਓਡੀਗ੍ਰੇਡੇਬਲ ਵੇਸਟ ਹੈਗਾ ਉਹਦੀ ਖਾਦ ਬਣਾਈ ਜਾ ਸਕਦੀ ਹੈ ਜਾਂ ਉਹਨੂੰ ਗਮਲਿਆਂ ਵਿੱਚ ਸਿੱਟਿਆ ਜਾ ਸਕਦਾ ਹੈ, ਗਰਾਊਂਡ ਦੇ ਵਿੱਚ ਸਿੱਟਿਆ ਜਾ ਸਕਦਾ ਹੈ। Third, by reusing some used material। ਜਿਹੜਾ ਮਟੀਰੀਅਲ ਆਪਾਂ ਸਿੱਟ ਰਹੇ ਹਾਂ ਉਹਨੂੰ ਵਾਪਸ ਵੀ ਤਾਂ ਵਰਤਿਆ ਜਾ ਸਕਦਾ ਹੈ, ਕੋਈ ਅਜਿਹੀ ਚੀਜ਼ ਤਾਂ ਹੋਏਗੀ। Fourth, by using cloth bags to carry goods from market so that the use of plastic bags may be reduced। ਆਪਾਂ ਕੱਪੜੇ ਦੇ ਬੈਗ ਵਰਤ ਸਕਦੇ ਹਾਂ ਸਮਾਨ ਲੈ ਕੇ ਆਉਣ ਲਈ ਦੁਕਾਨਾਂ ਤੋਂ ਤਾਂ ਕਿ ਪਲਾਸਟਿਕ ਦੇ ਬੈਗਾਂ ਦੀ ਵਰਤੋਂ ਘੱਟੋ ਘੱਟ ਹੋਏ। Fifth, by writing on slates instead of paper। ਆਪਾਂ ਸਲੇਟਾਂ ਦੀ ਵੀ ਇਸਤੇਮਾਲ ਕਰ ਸਕਦੇ ਹਾਂ ਪੇਪਰ ਦੀ ਥਾਂ ਤੇ ਜਿੱਥੇ ਜ਼ਰੂਰਤ ਹੋਏ। Sixth, the books could be reused next year by keeping them neat and clean। ਤੇ ਜਿਹੜੀਆਂ ਕਿਤਾਬਾਂ ਹੁੰਦੀਆਂ ਨੇ ਉਹ ਜੇ ਆਪਾਂ ਸਾਫ਼ ਸੁਥਰੀਆਂ ਰੱਖੀਏ ਤਾਂ ਅੱਗੇ ਤੁਹਾਡੇ ਤੋਂ ਛੋਟੇ ਜਿਹੜੇ ਭੈਣ ਭਰਾ ਹੈਗੇ ਨੇ ਉਹ ਵੀ ਵਰਤ ਸਕਦੇ ਨੇ, ਇਹਦੇ ਤੋਂ ਕਾਗਜ਼ ਦੀ ਬਚਤ ਹੋਏਗੀ। Most important fact is that the more we produce the garbage, the more difficult would be for us to dispose it of। ਕਹਿਣ ਦੀ ਗੱਲ ਇਹ ਹੈਗੀ ਵੀ ਸਭ ਤੋਂ ਮਹੱਤਵਪੂਰਨ ਤੱਤ ਇਹ ਹੈਗਾ ਵੀ ਆਪਾਂ ਜਿੰਨਾ ਜ਼ਿਆਦਾ ਕੂੜਾ ਪੈਦਾ ਕਰਨਗੇ ਸਾਡੇ ਲਈ ਓਨਾ ਜ਼ਿਆਦਾ ਮੁਸ਼ਕਲ ਹੋ ਜਾਏਗਾ ਉਹਦੇ ਨਾਲ ਨਿਪਟਣਾ। ਇਸੇ ਲਈ ਸਾਨੂੰ ਘੱਟ ਤੋਂ ਘੱਟ ਕੂੜਾ ਪੈਦਾ ਕਰਨਾ ਚਾਹੀਦਾ ਤੇ ਇਹੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅੱਗੇ ਹੈ for teachers, ਇਹ ਸਪੈਲਿੰਗ ਗਲਤ ਨੇ, TEACHERS ਆਏਗਾ। Ask the students to collect old glass bottles, plastic bottles, wool, sheets, greeting cards and more things। ਇੱਥੇ ਅਧਿਆਪਕ ਵਿਦਿਆਰਥੀਆਂ ਨੂੰ ਕਹਿਣਗੇ ਵੀ ਪੁਰਾਣੀਆਂ ਕੰਚ ਦੀਆਂ ਬੋਤਲਾਂ, ਪਲਾਸਟਿਕ ਦੀਆਂ ਬੋਤਲਾਂ ਇਕੱਠੀਆਂ ਕਰਨ, ਉੱਨ ਹੋ ਗਈ, ਚਾਦਰਾਂ ਹੋ ਗਈਆਂ, ਗ੍ਰੀਟਿੰਗ ਕਾਰਡ ਹੋ ਗਏ ਤੇ ਹੋਰ ਚੀਜ਼ਾਂ ਵੀ ਇਕੱਠੀਆਂ ਕੀਤੀਆਂ ਜਾ ਸਕਦੀਆਂ ਨੇ। Motivate them to make more useful things with such waste material। ਤੇ ਉਹਨਾਂ ਨੂੰ ਅਜਿਹੀਆਂ ਫਾਲਤੂ ਚੀਜ਼ਾਂ ਦੇ ਨਾਲ ਕੁਝ ਵਧੀਆ ਚੀਜ਼ਾਂ ਬਣਾਉਣ ਦੇ ਲਈ ਪ੍ਰੇਰਿਤ ਕੀਤਾ ਜਾਏ। ਤੁਸੀਂ ਪਲਾਸਟਿਕ ਬੋਟਲਸ ਤੇ ਹੋਰ ਚੀਜ਼ਾਂ ਦੇ
ਵਧੀਆ ਡੈਕੋਰੇਸ਼ਨ ਆਈਟਮ ਬਣਾ ਸਕਦੇ ਹੋ। ਅੱਗੇ ਦੇਖਦੇ ਹਾਂ, ਇੱਥੇ ਲਿਖਿਆ ਰੀਯੂਜ਼ ਯਾਨੀ ਕਿ ਵਾਪਸ ਵਰਤੋਂ ਦੇ ਵਿੱਚ ਲੈ ਕੇ ਆਉਣਾ। ਮੈਨੀ ਥਿੰਗਸ ਆਊਟ ਆਫ ਗਾਰਬੇਜ ਕੈਨ ਬੀ ਰੀਯੂਜ਼ਡ। ਕੂੜੇ ਵਿੱਚੋਂ ਨਿਕਲਦੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਆਪਾਂ ਮੁੜ ਵਰਤ ਸਕਦੇ ਹਾਂ। ਫਰਸਟ, many things can be repaired and reused। ਬਹੁਤ ਸਾਰੀਆਂ ਚੀਜ਼ਾਂ ਦੀ ਮੁਰੰਮਤ ਕਰਕੇ ਆਪਾਂ ਦੁਬਾਰਾ ਵਰਤ ਸਕਦੇ ਹਾਂ। ਸੈਕਿੰਡ, we can make photo frames from CDs and other things। ਤੇ ਅਸੀਂ ਸੀਡੀਆਂ ਤੇ ਹੋਰ ਚੀਜ਼ਾਂ ਤੋਂ ਫੋਟੋਆਂ ਦੇ ਫਰੇਮ ਬਣਾ ਸਕਦੇ ਹਾਂ। ਥਰਡ, vegetable and fruit peels can be grinded and added to soil which is very useful for plants। ਸਬਜ਼ੀਆਂ ਤੇ ਫੁੱਲਾਂ ਦੇ ਜਿਹੜੇ ਛਿਲਕੇ ਹੁੰਦੇ ਆ ਉਹ ਆਪਾਂ ਪੀਸ ਕੇ ਵਾਪਸ ਪੌਦਿਆਂ ਵਿੱਚ ਪਾ ਸਕਦੇ ਆ ਤੇ ਇਹ ਪੌਦਿਆਂ ਲਈ ਬਹੁਤ ਲਾਭਦਾਇਕ ਹੁੰਦੇ ਨੇ। ਫੋਰਥ, plants can be grown in empty bottles। ਆ ਦੇਖੋ ਖਾਲੀ ਬੋਤਲਾਂ ਦੇ ਵਿੱਚ ਪੌਦੇ ਉਗਾਏ ਜਾ ਸਕਦੇ ਨੇ। ਫਿਫਥ, empty cans and bottles can be reused in many ways after cleaning। ਖਾਲੀ ਡੱਬੇ ਹੋ ਗਏ, ਡੱਬੀਆਂ ਹੋ ਗਈਆਂ, ਉਹਨਾਂ ਨੂੰ ਸਾਫ਼ ਕਰਨ ਤੋਂ ਬਾਅਦ ਆਪਾਂ ਵਾਪਸ ਵਰਤ ਸਕਦੇ ਹਾਂ ਬਹੁਤ ਕੰਮਾਂ ਲਈ। ਤੇ ਇੱਥੇ ਬੱਚੇ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਨੇ। We have so many empty containers around us। ਸਾਡੇ ਆਲੇ ਦੁਆਲੇ ਬਹੁਤ ਸਾਰੇ ਖਾਲੀ ਬੋਤਲਾਂ ਨੇ। We can make pencil holders from empty soda water bottles। ਤੇ ਆਪਾਂ ਇਹਨਾਂ ਤੋਂ ਪੈਨਸਿਲ ਨੂੰ ਜਿਹਦੇ ਵਿੱਚ ਪਾਈਦਾ ਉਹਨੂੰ ਪੈਨਸਿਲ ਹੋਲਡਰ ਕਹੀਦਾ, ਉਹ ਵੀ ਬਣਾ ਸਕਦੇ ਹਾਂ ਬੋਤਲਾਂ ਤੋਂ। ਕਿਵੇਂ ਬਣਾ ਸਕਦੇ ਹਾਂ? ਦੇਖੋ ਇੱਥੇ ਕੈਨ ਦਿੱਤਾ ਹੋਇਆ। ਫਰਸਟ, ਵਾਸ਼ ਦ ਕੰਟੇਨਰ ਬਾय ਰਿਮੂਵਿੰਗ ਇਟਸ ਲਿਡ। ਉਹਦਾ ਢੱਕਣ ਖੋਲ ਕੇ ਸਭ ਤੋਂ ਪਹਿਲਾਂ ਇਹਨੂੰ ਧੋ ਲਓ। ਸੈਕਿੰਡ, then press its margins with a hammer। ਤੇ ਇਹਦੀ ਸਾਈਡ ਤੇ ਆ ਜਿਹੜਾ ਤਿੱਖਾ ਤਿੱਖਾ ਹਿੱਸਾ ਹੁੰਦਾ ਹੈ ਇਹਨੂੰ ਦਬਾ ਦਿਓ ਇੱਕ ਹਥੌੜੀ ਦੇ ਨਾਲ। ਥਰਡ, cover the container with an old gift paper। ਫਿਰ ਇਹਨੂੰ ਕਵਰ ਕਰ ਦਿਓ ਪੁਰਾਣੇ ਗਿਫਟ ਪੇਪਰ ਦੇ ਨਾਲ। fourth, then decorate it with ribbon and laces। ਤੇ ਫਿਰ ਇਹਨੂੰ ਸਜਾ ਦਿਓ ਰਿਬਨ ਦੇ ਨਾਲ ਤੇ ਲੇਸਾਂ ਦੇ ਨਾਲ। fifth, in this way beautiful pencil holders can be made from empty soda water bottles। ਤੇ ਇਸ ਤਰੀਕੇ ਦੇ ਨਾਲ ਬੜੇ ਸੋਹਣੀਆਂ ਚੀਜ਼ਾਂ ਤੁਸੀਂ ਬਣਾ ਸਕਦੇ ਹੋ ਖਾਲੀ ਬੋਤਲਾਂ ਦੇ ਨਾਲ। ਅੱਗੇ, can we use empty plastic bottles। ਕੀ ਆਪਾਂ ਖਾਲੀ ਪਲਾਸਟਿਕ ਦੀਆਂ ਬੋਤਲਾਂ ਦੀ ਵੀ ਯੂਜ਼ ਕਰ ਸਕਦੇ ਹਾਂ, ਵਰਤੋਂ ਕਰ ਸਕਦੇ ਹਾਂ? Yes, we can make flower pots from plastic bottles। ਬਿਲਕੁਲ ਅਸੀਂ ਪਲਾਸਟਿਕ ਦੀਆਂ ਬੋਤਲਾਂ ਤੋਂ flower pots ਬਣਾ ਸਕਦੇ ਹਾਂ। ਕਿਵੇਂ ਬਣਾ ਸਕਦੇ ਹਾਂ? ਦੇਖੋ, first, wash the bottle thoroughly from both sides। ਪਹਿਲਾਂ ਵਧੀਆ ਤਰੀਕੇ ਦੇ ਨਾਲ ਬੋਤਲ ਨੂੰ ਧੋ ਲਿਓ। second, then decorate flowers by putting water in them। ਤੇ ਉਸ ਤੋਂ ਬਾਅਦ ਉਹਦੇ ਵਿੱਚ ਪਾਣੀ ਪਾ ਕੇ ਤੁਸੀਂ ਫੁੱਲ ਪਾ ਸਕਦੇ ਹੋ। third, cut upper part of plastic bottle and make a hole in its bottom। ਉੱਤੇ ਵਾਲਾ ਹਿੱਸਾ ਕੱਟ ਦਿਓ। ਆ ਦੇਖੋ ਇੰਨਾ ਹਿੱਸਾ ਰਹਿ ਗਿਆ, ਇਹ ਵਾਲਾ ਹਿੱਸਾ ਬੇਸ਼ੱਕ ਤੁਸੀਂ ਕੱਟ ਦਿਓ ਤੇ ਫਿਰ ਉਸ ਤੋਂ ਬਾਅਦ ਥੱਲੇ ਥੋੜਾ ਜਿਹਾ ਛੇਦ ਕਰ ਦਿਓ। fourth, plant some flowers by putting soil in it। ਤੇ ਥੱਲੇ ਵਾਲੇ ਹਿੱਸੇ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ? ਮਿੱਟੀ ਜਾਂ ਰੇਤਾ ਪਾ ਕੇ, ਕਿਉਂਕਿ ਥੱਲੇ ਇਹਦੇ ਬਹੁਤ ਛੋਟੇ ਹੋਲਸ ਕੀਤੇ ਨੇ, ਤੁਸੀਂ ਇਹਦੇ ਵਿੱਚ ਪਲਾਂਟ ਲਾ ਸਕਦੇ ਹੋ, ਪੌਦਾ ਲਾ ਸਕਦੇ ਹੋ। ਫਿਫਥ, we can use discarded plastic bottles as flower pots। ਆ ਦੇਖੋ ਵਧੀਆ ਬੋਤਲਾਂ ਉਦਾਂ ਵੀ ਤੇ ਕੱਟ ਕੇ ਵੀ ਤੁਸੀਂ flower pot ਬਣਾ ਸਕਦੇ ਹੋ। ਅੱਗੇ ਕੀ ਹੈ? Dear students, have you ever been to Chandigarh? ਪਿਆਰੇ ਵਿਦਿਆਰਥੀਓ, ਕੀ ਤੁਸੀਂ ਕਦੇ ਚੰਡੀਗੜ੍ਹ ਗਏ ਹੋ? There are many beautiful things made from waste and spare material। ਤੇ ਇੱਥੇ ਬਹੁਤ ਖੂਬਸੂਰਤ ਚੀਜ਼ਾਂ ਬਣਾਈਆਂ ਹੋਈਆਂ ਨੇ ਕੂੜੇ ਤੋਂ ਤੇ ਵੇਸਟ ਮਟੀਰੀਅਲ ਤੋਂ, ਯਾਨੀ ਕਿ ਜਿਹੜੀ ਸਮੱਗਰੀ ਬਚ ਜਾਂਦੀ ਹੈ। All this is made by Shri Nek Chand ji। ਇਹ ਸਾਰਾ ਕੁਝ ਸ਼੍ਰੀ ਨੇਕ ਚੰਦ ਜੀ ਦੁਆਰਾ ਬਣਾਇਆ ਗਿਆ ਹੈ। In the rock garden। ਕਿੱਥੇ? rock garden ਦੇ ਵਿੱਚ। which is not only a brilliant piece of art but also the best way to use the waste material। ਜੋ ਕਿ ਇੱਕ ਸ਼ਾਨਦਾਰ ਨਮੂਨਾ ਹੈ ਕਿਸੇ ਦੀ ਕ੍ਰੀਏਟੀਵਿਟੀ ਦਾ, ਦਿਮਾਗ ਦਾ, ਤੇ ਕਿੰਨਾ ਵੇਸਟ ਮਟੀਰੀਅਲ ਨੂੰ ਯੂਜ਼ ਕੀਤਾ ਜਾ ਸਕਦਾ ਹੈ ਉਹਦੇ ਵੀ ਤਰੀਕੇ ਤੁਹਾਨੂੰ ਮਿਲ ਜਾਣਗੇ। ਆ ਦੇਖੋ ਇੱਥੇ ਇਹ ਸਟੈਚੂਜ਼ ਬਣਾਏ ਹੋਏ ਨੇ ਉੱਤੇ ਵੇਸਟ ਮਟੀਰੀਅਲ ਲਾ ਕੇ, ਤੇ ਅੱਜ ਹਰ ਕੋਈ ਇੱਥੇ ਜਾਣਾ ਚਾਹੁੰਦਾ ਹੈ।
We have come to know that garbage dumped in open is very dangerous for our health. ਤੇ ਸਾਨੂੰ ਪਤਾ ਲੱਗ ਗਿਆ ਵੀ ਖੁੱਲੇ ਵਿੱਚ ਸੁੱਟਿਆ ਹੋਇਆ ਕੂੜਾ ਸਾਡੀ ਸਿਹਤ ਲਈ ਬਹੁਤ ਖਤਰਨਾਕ ਨੁਕਸਾਨਦਾਇਕ ਹੈ. Therefore we must install dustbins in our homes. ਇਸ ਕਰਕੇ ਸਾਨੂੰ ਘਰਾਂ ਦੇ ਵਿੱਚ ਕੂੜੇ ਰੱਖਣੇ ਨਹੀਂ ਚਾਹੀਦੇ ਤੇ ਡੱਬੇ ਰੱਖਣੇ ਚਾਹੀਦੇ ਕੂੜਿਆਂ ਦੇ. For the teacher, ਅਧਿਆਪਕ ਲਈ prepare 2 different colored dustbins. Example, green and blue. ਅਧਿਆਪਕ ਕੀ ਕਰਨਗੇ? 2 ਵੱਖ-ਵੱਖ ਤਰੀਕੇ ਦੇ ਕੂੜੇ ਦੇ ਡਿੱਬੇ ਬਣਾਉਣਗੇ. ਇੱਕ ਬਲੂ ਰੰਗ ਦਾ, ਹਰੇ ਰੰਗ ਦਾ ਤੇ ਇੱਕ ਨੀਲੇ ਰੰਗ ਦਾ. Ask the students to collect things which are waste. ਤੇ ਉਸ ਤੋਂ ਬਾਅਦ ਵਿਦਿਆਰਥੀਆਂ ਨੂੰ ਕਹਿਣਗੇ ਵੀ ਉਹ ਚੀਜ਼ਾਂ ਇਕੱਠੀਆਂ ਕਰੋ ਜਿਹੜੀ ਕੂੜੇ ਵਿੱਚ ਜਾਣੀਆਂ ਨੇ. Now select biodegradable and non-biodegradable items separately. ਤੇ ਉਸ ਤੋਂ ਬਾਅਦ ਬਾਇਓਡੀਗ੍ਰੇਡੇਬਲ ਤੇ ਨਾਨ ਬਾਇਓਡੀਗ੍ਰੇਡੇਬਲ ਚੀਜ਼ਾਂ ਨੂੰ ਵੱਖ-ਵੱਖ ਕਰ ਦਿਓ. Educate students to collect biodegradable items in green dustbin. ਜਿਹੜੀ ਬਾਇਓਡੀਗ੍ਰੇਡੇਬਲ ਹੈ ਯਾਨੀ ਵਾਤਾਵਰਣ ਨੂੰ ਪ੍ਰਦੂਸ਼ਿਤ ਨਹੀਂ ਕਰਦੀਆਂ, ਖਤਮ ਹੋ ਜਾਂਦੀਆਂ ਨੇ ਟਾਈਮ ਦੇ ਨਾਲ, ਜਿਵੇਂ ਆਪਾਂ ਕਹਿ ਸਕਦੇ ਹਾਂ ਛਿੱਲੜ ਹੋ ਗਏ ਸਬਜ਼ੀਆਂ ਦੇ, ਫਲਾਂ ਦੇ, ਉਹ ਇੱਥੇ ਹਰੇ ਵਾਲੇ ਡੱਬੇ ਦੇ ਵਿੱਚ ਜਾਣਗੀਆਂ. And non-biodegradable items in blue dustbin ਤੇ ਦੂਜੀਆਂ blue ਦੇ ਵਿੱਚ ਜਾਣਗੀਆਂ. Motivate them to carry on such practice at their homes also. ਤੇ ਬੱਚਿਆਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਵੀ ਉਹ ਅਜਿਹੇ ਕੰਮ ਆਪਣੇ ਘਰਾਂ ਵਿੱਚ ਵੀ ਕਰਨ. ਅੱਗੇ things to remember, ਯਾਦ ਰੱਖਣ ਵਾਲੀਆਂ ਗੱਲਾਂ. Number 1, we should keep our houses neat and clean. ਸਾਨੂੰ ਆਪਣੇ ਘਰਾਂ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ. Household waste should be managed properly. ਘਰੇਲੂ ਜਿਹੜਾ ਕੂੜਾ ਹੁੰਦਾ ਉਹਨੂੰ ਸਹੀ ਤਰੀਕੇ ਦੇ ਨਾਲ ਆਪਾਂ ਨੂੰ ਨਜਿੱਠਣਾ ਚਾਹੀਦਾ ਹੈ. Third, biodegradable and non-biodegradable items should be put separately. ਜਿਹੜਾ ਆਪਾਂ ਹੁਣੇ ਪੜਿਆ biodegradable ਨੂੰ ਕਿੱਥੇ ਜਾਣਾ ਚਾਹੀਦਾ ਹੈ? ਗ੍ਰੀਨ ਵਾਲੇ ਡੱਬੇ ਦੇ ਵਿੱਚ, ਤੇ non-biodegradable ਨੂੰ ਜਾਣਾ ਚਾਹੀਦਾ ਹੈ ਬਲੂ ਵਾਲੇ ਡੱਬੇ ਦੇ ਵਿੱਚ. Most of the waste things can be recycled. ਜ਼ਿਆਦਾਤਰ ਫालतू ਦੀਆਂ ਚੀਜ਼ਾਂ ਨੂੰ ਆਪਾਂ ਰੀਸਾਈਕਲ ਕਰ ਸਕਦੇ ਹਾਂ, ਦੁਬਾਰਾ ਤੋਂ ਵਰਤੋਂ ਵਿੱਚ ਲਿਆ ਸਕਦੇ ਹਾਂ. The dustbins should be kept in houses, parks, schools, hospitals, etc. ਤੇ ਘਰਾਂ ਵਿੱਚ, ਪਾਰਕਾਂ ਵਿੱਚ, ਸਕੂਲਾਂ ਵਿੱਚ, ਹਸਪਤਾਲਾਂ ਵਿੱਚ ਸਾਨੂੰ ਕੂੜੇਦਾਨ ਰੱਖਣੇ ਚਾਹੀਦੇ ਨੇ. ਅੱਗੇ ਹੈਗਾ third question, fill in the blanks. वर्ड्स ਦਿੱਤੇ ਹੋਏ ਆ ਪੋਲੀਥੀਨ, ਡਸਟਬਿਨ ਜਿਹਨੂੰ ਆਪਾਂ ਕਹੀਦਾ ਕੂੜੇਦਾਨ, ਇਨਵਾਇਰਨਮੈਂਟ ਵਾਤਾਵਰਣ, ਤੇ ਫਰੈਸ਼ 에ਅਰ ਯਾਨੀ ਕਿ ਤਾਜ਼ੀ ਹਵਾ. A part, sunlight and fresh air are necessary things in the house. ਘਰ ਦੇ ਵਿੱਚ 2 ਚੀਜ਼ਾਂ ਬਹੁਤ ਜ਼ਰੂਰੀ ਹੋਣੀਆਂ ਚਾਹੀਦੀਆਂ ਨੇ, ਇੱਕ ਸੂਰਜ ਦੀ ਰੋਸ਼ਨੀ ਤੇ ਇੱਕ ਤਾਜ਼ੀ ਹਵਾ. B part, garbage causes harmful effects on health and environment. ਜਿਹੜਾ ਕੂੜਾ ਹੁੰਦਾ ਹੈ ਉਹ ਸਿਹਤ ਤੇ ਵੀ ਤੇ ਵਾਤਾਵਰਣ ਤੇ ਵੀ ਮਾੜੇ ਪ੍ਰਭਾਵ ਪਾਉਂਦਾ ਹੈ. C part, we should minimize the use of polythene. polythene ਦੀ ਵਰਤੋਂ ਘੱਟੋ ਘੱਟ ਕਰਨੀ ਚਾਹੀਦੀ ਹੈ. D, dustbins should be used to put garbage. ਯਾਨੀ garbage ਜਾਂ ਕੂੜੇ ਨੂੰ ਸਿੱਟਣ ਲਈ ਡਸਟਬਿਨ ਦੀ ਵਰਤੋਂ ਕਰਨੀ ਚਾਹੀਦੀ ਹੈ. ਟਿਕ ਕਰਨਾ ਸਹੀ ਜਾਂ ਗਲਤ ਦਾ ਨਿਸ਼ਾਨ ਲਾਣਾ ਹੈ. ਇੱਥੇ ਸੈਂਟੈਂਸਸ ਦਿੱਤੇ ਹੋਏ ਨੇ. A, openly dumped garbage causes air pollution. ਖੁੱਲੇ ਵਿੱਚ ਸਿੱਟਿਆ ਗਿਆ ਕੂੜਾ ਹਵਾ ਪ੍ਰਦੂਸ਼ਣ ਕਰਦਾ ਹੈ. ਬਿਲਕੁਲ. Garbage should be put in dustbins. ਕੂੜੇ ਨੂੰ ਕੂੜੇਦਾਨ ਵਿੱਚ ਸਿੱਟਣਾ ਚਾਹੀਦਾ ਹੈ. ਇਹ ਵੀ ਠੀਕ ਹੈ. There should be maximum use of plastic. ਪਲਾਸਟਿਕ ਦੀ ਵਰਤੋਂ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ. ਗਲਤ. Plastic bottles can be reused. ਪਲਾਸਟਿਕ ਦੀਆਂ ਬੋਤਲਾਂ ਨੂੰ ਮੁੜ ਆਪਾਂ ਵਰਤ ਸਕਦੇ ਹਾਂ. Yes. Rock garden is situated in Ludhiana. Rock garden ਲੁਧਿਆਣਾ ਵਿੱਚ ਹੈਗਾ. ਗਲਤ, ਚੰਡੀਗੜ੍ਹ ਵਿੱਚ ਹੈਗਾ. Fifth, tick the right answer. ਸਹੀ ਤੇ ਨਿਸ਼ਾਨ ਲਾਣਾ ਹੈ. A part, what is included in biodegradable waste? Biodegradable waste ਦੇ ਵਿੱਚ ਕੀ ਆਂਦਾ ਹੈ? ਉਹਦੇ ਵਿੱਚ ਆਂਦਾ ਹੈ paper. What is included in non-biodegradable waste? ਤੇ non-biodegradable waste ਦੇ ਵਿੱਚ ਕੀ ਆਂਦਾ ਹੈ? ਉੱਥੇ ਆਂਦਾ ਹੈ polythene. C part, which of these is a cause of maximizing garbage?
ਇਹਦੇ ਵਿੱਚੋਂ ਕਿਹੜੇ ਕਾਰਨ ਹੈਗੇ ਨੇ ਜਿਹਦੇ ਕਰਕੇ ਕੂੜਾ ਵੱਧ ਤੋਂ ਵੱਧ ਪੈਦਾ ਹੋ ਰਿਹਾ ਹੈ? ਇਹਦਾ ਆਨਸਰ ਹੈਗਾ ਅਰਬਨਾਈਜੇਸ਼ਨ। ਲੋਕ ਸ਼ਹਿਰਾਂ ਵਿੱਚ ਬਹੁਤ ਜ਼ਿਆਦਾ ਕੂੜਾ ਇਕੱਠਾ ਕਰ ਦਿੰਦੇ ਨੇ। Which garden is made by Shri Nekchand ji? Nekchand ji ਨੇ ਕਿਹੜਾ ਗਾਰਡਨ ਬਣਾਇਆ ਹੈਗਾ? ਰੌਕ ਗਾਰਡਨ। E part, what is produced from ਗੋਬਰ ਗੈਸ? ਗੋਬਰ ਗੈਸ ਤੋਂ ਕੀ ਬਣਦਾ ਹੈ? ਉਹਦੇ ਤੋਂ ਬਣਦਾ ਹੈ ਬਾਇਓਗੈਸ। ਹੁਣ ਆਪਾਂ ਮੈਚ ਕਰਨਾ ਹੈ, ਇੱਥੇ ਨੰਬਰ ਦੇ ਦਿੰਦੇ ਆ 1 2 3 4 5। ਸਭ ਤੋਂ ਪਹਿਲਾਂ ਡਸਟਬਿਨ ਉਹ ਮੈਚ ਹੋ ਜਾਏਗਾ ਡਸਟਬਿਨ ਦੇ ਨਾਲ। ਇੱਥੇ ਆਏਗਾ ਵੈਸੇ ਗਾਰਬੇਜ। ਗਾਰਬੇਜ ਕਿੱਥੇ ਜਾਣਾ ਚਾਹੀਦਾ? ਡਸਟਬਿਨ ਦੇ ਵਿੱਚ। ਪੋਲੀਥੀਨ ਇਨਵੈਲਪਸ ਹੁੰਦੇ ਨੇ। ਕੰਕਰੀਟ ਜਿਹਨੂੰ ਆਪਾਂ ਕਹੀਦਾ ਹੈ ਬਹੁਤ ਸਖਤ ਚੀਜ਼ ਦਾ ਜਿਹੜਾ ਬਣਿਆ ਹੁੰਦਾ ਹੈ, ਸੀਮੈਂਟ, ਇਹਦੇ ਨਾਲ ਮੇਲ ਖਾਏਗਾ। ਲਿੰਟਲ ਕੀ ਹੁੰਦਾ ਹੈ? ਛੱਤ ਤੇ ਪਾਉਣ ਵਾਲੀ ਚੀਜ਼, 4 ਨੰਬਰ। ਰੌਕ ਗਾਰਡਨ ਕਿੱਥੇ ਹੈਗਾ? ਚੰਡੀਗੜ੍ਹ ਦੇ ਵਿੱਚ। 7th ਕੁਐਸਚਨ ਹੈਗਾ ਆਨਸਰ ਦ ਫੋਲੋਇੰਗ ਕੁਐਸਚਨਸ ਇਨ ਬਰੀਫ। ਆਪਾਂ ਸੰਖੇਪ ਵਿੱਚ ਜਵਾਬ ਦੇਣਾ ਹੈ। What is a dustbin? Dustbin is a container in which we throw garbage. Dustbin ਕੀ ਹੈਗਾ? ਇੱਕ ਡੱਬਾ ਜਿਹਦੇ ਵਿੱਚ ਆਪਾਂ ਕੂੜਾ ਸਿੱਟਦੇ ਹਾਂ। B part, write one use of cleanliness. ਸਫਾਈ ਦੇ ਕੋਈ ਇੱਕ ਫਾਇਦੇ ਦੱਸੋ। Environment remains clean and we remain healthy. ਵਾਤਾਵਰਣ ਵੀ ਸ਼ੁੱਧ ਰਹਿੰਦਾ ਹੈ ਤੇ ਅਸੀਂ ਵੀ ਸਿਹਤਮੰਦ ਰਹਿੰਦੇ ਹਾਂ। C, what is included in biodegradable waste? Biodegradable waste ਦੇ ਵਿੱਚ ਕੀ ਸ਼ਾਮਲ ਹੁੰਦਾ ਹੈ? ਪੇਪਰ, ਕਾਗਜ਼, ਲੀਵਸ, ਪੱਤੇ, ਵੈਜੀਟੇਬਲ ਐਂਡ ਫਰੂਟ ਸਕਿਨ, ਸਬਜ਼ੀਆਂ ਤੇ ਫਲਾਂ ਦੇ ਛਿਲਕੇ, ਐਂਡ ਰਿਮੇਨਸ, ਬਾਕੀ ਜਿਹੜੇ ਖਾਣ ਪੀਣ ਦੀਆਂ ਚੀਜ਼ਾਂ ਬਚ ਜਾਂਦੀਆਂ ਨੇ, ਕਾਓ ਡੰਗ, ਗਾਰਡਨ ਵੇਸਟ, ਇਹ ਸਭ ਕੁਝ। What is included in non-biodegradable waste? Non-biodegradable waste ਦੇ ਵਿੱਚ ਕੀ ਕੁਝ ਆਉਂਦਾ ਹੈ? ਪਲਾਸਟਿਕ ਬੈਗਸ, ਗਲਾਸ, ਟਿਨ, ਆਇਰਨ, breakage of articles made up of plastic, ਤੇ ਪਲਾਸਟਿਕ ਦੀਆਂ ਬਣੀਆਂ ਹੋਈਆਂ ਚੀਜ਼ਾਂ ਜੇ ਟੁੱਟ ਜਾਣ ਉਹ ਵੀ ਇਹਦੇ ਵਿੱਚ ਆਉਂਦੀਆਂ ਨੇ। E part, why two different colored dustbins are used? ਵੱਖੋ-ਵੱਖ ਰੰਗ ਦੇ ਕੂੜੇਦਾਨ ਕਿਉਂ ਵਰਤੇ ਜਾਂਦੇ ਨੇ? ਆਪਾਂ ਇੱਥੇ ਲਿਖ ਦਿੰਦੇ ਆ to separate waste। ਕਿਹੜਾ ਵੇਸਟ? ਬਾਇਓਡੀਗ੍ਰੇਡੇਬਲ ਤੇ ਨਾਨ ਬਾਇਓਡੀਗ੍ਰੇਡੇਬਲ। ਨਾਨ ਬਾਇਓਡੀਗ੍ਰੇਡੇਬਲ ਦੇ ਯੂਜ਼ ਕੀਤਾ ਜਾਂਦਾ ਹੈ ਬਲੂ ਡਸਟਬਿਨ ਤੇ ਬਾਇਓਡੀਗ੍ਰੇਡੇਬਲ ਦੇ ਯੂਜ਼ ਕੀਤਾ ਜਾਂਦਾ ਹੈ ਗ੍ਰੀਨ। ਹੁਣ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਨਾਨ ਬਾਇਓਡੀਗ੍ਰੇਡੇਬਲ ਦੇ ਲਈ ਵਰਤਿਆ ਜਾਂਦਾ ਹੈ ਰੈੱਡ ਵੀ, ਪਰ ਰੈੱਡ ਵਰਤਿਆ ਜਾਂਦਾ ਹੈ ਜ਼ਿਆਦਾਤਰ ਹਸਪੀਟਲ ਦੇ ਵਿੱਚ। ਜਿਵੇਂ ਆਪਾਂ ਸਿਰਿੰਜ ਸਿੱਟਣੀ ਹੋਏ ਜਾਂ ਹੋਰ ਕੋਈ ਚੀਜ਼ ਸਿੱਟਣੀ ਹੋਏ, ਉਹ ਖਤਰਨਾਕ ਚੀਜ਼ਾਂ ਰੈੱਡ ਕੂੜੇਦਾਨ ਵਿੱਚ ਜਾਂਦੀਆਂ ਨੇ। What is meant by cleanliness? ਸਾਫ ਸਫਾਈ ਕੀ ਹੁੰਦੀ ਹੈ? Cleanliness means keeping oneself and the surroundings ਜਾਂ environment clean. ਸਵੱਛਤਾ ਦਾ ਮਤਲਬ ਹੈ ਆਪਣੇ ਆਪ ਨੂੰ ਤੇ ਆਲੇ ਦੁਆਲੇ ਨੂੰ ਸਾਫ ਰੱਖਣਾ। ਅੱਗੇ ਚੱਲਦੇ ਹਾਂ। Why is there increase in garbage? ਕੂੜਾ ਕਿਉਂ ਵੱਧਦਾ ਜਾ ਰਿਹਾ ਹੈ? Increased production of usable items, ਵੱਧਦੀ ਜਿਹੜੀ ਚੀਜ਼ਾਂ ਹੈਗੀਆਂ ਉਹਨਾਂ ਦੀ ਲੋੜ ਕਿਉਂਕਿ ਜ਼ਿਆਦਾ ਹੁੰਦੀ ਜਾ ਰਹੀ ਹੈ, ਉਹ ਵੀ ਜ਼ਿਆਦਾ ਪੈਦਾ ਕੀਤੀਆਂ ਜਾ ਰਹੀਆਂ ਨੇ। Consumable items is the main cause of increase in garbage. ਇੰਨੀਆਂ ਚੀਜ਼ਾਂ ਆ ਗਈਆਂ ਨੇ ਮਾਰਕੀਟ ਦੇ ਵਿੱਚ, ਛੋਟੀਆਂ ਛੋਟੀਆਂ, ਵੱਡੀਆਂ ਵੱਡੀਆਂ, ਕਿ ਕੂੜਾ ਵੱਧਦਾ ਹੀ ਜਾ ਰਿਹਾ। People do not recycle the things and don't even reuse them. ਤੇ ਲੋਕ ਯੂਜ਼ ਕਰਕੇ ਸਿੱਟ ਦਿੰਦੇ ਨੇ, ਉਹਨੂੰ ਦੁਬਾਰਾ ਇਸਤੇਮਾਲ ਕਰਦੇ ਹੀ ਨਹੀਂ। What are the harmful effects of garbage? ਕੂੜੇ ਦੇ ਖਤਰਨਾਕ ਇਫੈਕਟ ਕੀ ਨੇ, ਪ੍ਰਭਾਵ ਕੀ ਨੇ? Garbage causes bad smell. ਕੂੜੇ ਤੋਂ ਗੰਦੀ ਬਦਬੂ ਆਉਂਦੀ ਆ। Pollutes air. ਹਵਾ ਨੂੰ pollute ਕਰਦਾ ਹੈ। Water and soil and spreads diseases. ਹਵਾ ਨੂੰ, ਪਾਣੀ ਨੂੰ, ਮਿੱਟੀ ਨੂੰ ਪ੍ਰਦੂਸ਼ਿਤ ਕਰਦਾ ਹੈ ਤੇ ਨਾਲ ਦੇ ਨਾਲ ਬਿਮਾਰੀਆਂ ਵੀ ਫੈਲਾਉਂਦਾ ਹੈ। How can garbage be managed? ਕੂੜੇ ਨੂੰ ਕਿਵੇਂ ਮੈਨੇਜ ਕੀਤਾ ਜਾ ਸਕਦਾ ਹੈ? Leaves, vegetable and fruit waste can be used as fodder for animals. ਪੱਤੇ, ਫਲਾਂ ਤੇ ਸਬਜ਼ੀਆਂ ਦੇ ਛਿਲਕੇ ਵਰਤੇ ਜਾ ਸਕਦੇ ਨੇ ਜਾਨਵਰਾਂ ਨੂੰ ਚਾਰਾ ਪਾਉਣ ਦੇ ਲਈ। Second, prepare manure from garden waste. ਗਾਰਡਨ ਦਾ ਜਿਹੜਾ ਕੂੜਾ ਹੁੰਦਾ ਹੈ, ਕਾਊ ਡੰਗ ਹੋ ਗਈ, ਪੱਤੇ ਹੋ ਗਏ, ਲੀਵਸ, ਵੈਜੀਟੇਬਲ, ਫਰੂਟ ਪੀਲਸ, ਉਹਨਾਂ ਨੂੰ ਆਪਾਂ ਖਾਦ ਦੇ ਵਿੱਚ ਬਦਲ ਸਕਦੇ ਹਾਂ, ਇੱਕ ਥਾਂ ਤੇ ਡੰਪ ਕਰਕੇ, ਇੱਕ ਥਾਂ ਤੇ ਸਿੱਟ ਕੇ।
तीजी गल आपां लिख सकते हैं रीसाइकल एंड रीयूज। अगे चलते हैं, व्हाट शुड वी डू टू रिड्यूस वेस्ट। कूड़े नूं घट करन लई आपां की कर सकते हैं। वी शुड रिड्यूस द यूज ऑफ पेपर एंड शुड राइट ऑन बोथ साइड्स ऑफ पेपर। ਆਪਾਂ जब पेपर वरतते हैं तो ਉਹਦੀ दोनों साइड्स ਵਰਤਣੀਆਂ ਚਾਹੀਦੀਆਂ ਨੇ, दोनों ਪਾਸੇ ਤੇ ਲਿਖਣਾ ਚਾਹੀਦਾ ਹੈ। वी शुड यूज स्लेट, स्लेट ਦੀ ਵੀ ਵਰਤੋਂ ਕਰ ਸਕਦੇ ਆ। Keep the books clean and after completing your class donate these to book bank। ਕਿਤਾਬਾਂ ਨੂੰ ਸਾਫ਼ ਸੁਥਰਾ ਰੱਖੋ ਤੇ ਜਦ ਤੁਹਾਡੀ ਕਲਾਸ ਪੂਰੀ ਹੋ ਜਾਏ ਉਸ ਤੋਂ ਬਾਅਦ ਕਿਸੇ ਨੂੰ ਦੇ ਦਿਓ ताकि ਉਹ ਵਰਤ ਸਕੇ ਜਾਂ ਫਿਰ बुक बैंक ਨੂੰ ਦੇ ਦਿਓ। We should use cloth bag while going to market and should avoid polythene bags। ਤੇ ਸਾਨੂੰ ਕੱਪੜੇ ਦੇ ਬੈਗ ਦੀ ਵਰਤੋਂ ਕਰਨੀ ਚਾਹੀਦੀ ਹੈ polythene bags ਦੀ ਥਾਂ ਤੇ ਜਦ ਆਪਾਂ ਮਾਰਕੀਟ ਜਾਂਦੇ ਹਾਂ। We should reuse the things by repairing the faulty articles। ਜੇ ਕੋਈ ਚੀਜ਼ ਖਰਾਬ ਹੋ ਜਾਂਦੀ ਹੈ ਤੇ ਉਹਨੂੰ ਮੁੜ ਵਰਤ ਲੈਣਾ ਚਾਹੀਦਾ ਠੀਕ ਕਰਕੇ। Know this, ਇਹ ਜਾਣੋ। Children, do you know cleanliness clubs are established for। ਕੀ ਤੁਸੀਂ ਜਾਣਦੇ ਹੋ ਇਦਾਂ ਕਰਕੇ ਸਕੂਲ ਦੇ ਵਿੱਚ cleanliness ਦੇ ਕਲੱਬ ਵੀ ਬਣਾਏ ਜਾਂਦੇ ਨੇ। ਆ ਦੇਖੋ ਸਕੂਲ ਬਣਾਇਆ ਹੋਇਆ ਇੱਥੇ, ਕਿਹੜੀ ਕਲਾਸ ਦੇ ਬੱਚੇ ਕੰਮ ਕਰ ਰਹੇ ਨੇ, ਡਿਊਟੀਆਂ ਕੀ ਹੈਗੀਆਂ ਨੇ ਤੇ ਇੱਥੇ ਕਿਹੜੇ ਕਿਹੜੇ ਬੱਚੇ ਨੇ ਕੰਮ ਕੀਤਾ ਹੈਗਾ, ਨੇਮ ਆਫ ਦ ਸਟੂਡੈਂਟਸ। ਤੁਸੀਂ ਵੀ ਇਦਾਂ ਕਰਕੇ cleanliness club ਆਪਣੀ ਕਲਾਸ ਜਾਂ ਸਕੂਲ ਲਈ ਬਣਾ ਸਕਦੇ ਹੋ ਤੇ ਲੋਕਾਂ ਨੂੰ ਵੀ ਜਾਗਰੂਕ ਕਰ ਸਕਦੇ ਹੋ। cleanliness club ਸਕੂਲ ਵਿੱਚ ਬਣਾਏ ਜਾਂਦੇ ਨੇ। The main purpose of the cleanliness club is to make children aware of cleanliness। ਤੇ cleanliness club ਬਣਾਉਣ ਦਾ ਮੁੱਖ ਮਕਸਦ ਇਹ ਹੈਗਾ ਵੀ ਬੱਚਿਆਂ ਨੂੰ ਜਾਗਰੂਕ ਕੀਤਾ ਜਾਏ। The class students are the members of this club। ਤੇ ਜਮਾਤ ਦੇ ਵਿਦਿਆਰਥੀ ਹੀ ਇਸ ਕਲੱਬ ਦੇ ਮੈਂਬਰ ਹੁੰਦੇ ਨੇ। The chairman and secretary of the club are elected from the children। ਤੇ ਚੇਅਰਮੈਨ ਤੇ ਸੈਕਟਰੀ ਇਸ ਕਲੱਬ ਦੇ ਬੱਚੇ ਹੀ ਆਪਸ ਦੇ ਵਿੱਚ ਇਲੈਕਟ ਕਰ ਲੈਂਦੇ ਨੇ, ਚੁਣ ਲੈਂਦੇ ਨੇ। The teacher in charge is the president of the club। ਤੇ ਜਿਹੜੀ ਟੀਚਰ ਹੁੰਦੇ ਨੇ ਇੰਚਾਰਜ ਉਹ ਇਸ ਕਲੱਬ ਦੇ ਪ੍ਰਧਾਨ ਹੁੰਦੇ ਨੇ, ਪ੍ਰੈਜ਼ੀਡੈਂਟ ਹੁੰਦੇ ਨੇ। ਤੁਸੀਂ ਵੀ ਇਦਾਂ ਦਾ ਬਣਾ ਸਕਦੇ ਹੋ ਆਪਣੇ ਕਲਾਸ ਜਾਂ ਸਕੂਲ ਵਿੱਚ। Following are the responsibilities of cleanliness club। ਹੁਣ cleanliness club ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ ਨੇ। Number 1, to make the children punctual। ਬੱਚਿਆਂ ਨੂੰ ਕੀ ਬਣਾਉਣਾ, punctual ਬਣਾਉਣਾ ਵੀ ਉਹ ਟਾਈਮ ਤੇ ਆਣ, ਸਮੇਂ ਦੇ ਪਾਬੰਦ ਬਣਾਉਣਾ। To ensure the cleanliness of their uniform। ਉਹਨਾਂ ਦੀ ਵਰਦੀ ਦੀ ਸਾਫ਼ ਸਫਾਈ ਦਾ ਧਿਆਨ ਰੱਖਣਾ ਵੀ ਉਹ ਸਾਫ਼ ਕੱਪੜੇ ਪਾ ਕੇ ਆਣ। Third, to ensure cleanliness of the classrooms and school। ਕਲਾਸ ਤੇ ਸਕੂਲ ਦੀ ਸਾਫ਼ ਸਫਾਈ ਨੂੰ ਧਿਆਨ ਵਿੱਚ ਰੱਖਣਾ। ਤੇ fourth, to ensure that all students wash hands before meals। ਤੇ ਇਸ ਚੀਜ਼ ਦਾ ਧਿਆਨ ਰੱਖਣਾ ਕਿ ਸਾਰੇ ਵਿਦਿਆਰਥੀ ਖਾਣਾ ਖਾਣ ਤੋਂ ਪਹਿਲਾਂ ਆਪਣੇ ਹੱਥ ਜ਼ਰੂਰ ਧੋਣ। ਤੇ ਇਹ ਸੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆ ਗਿਆ ਹੋਵੇਗਾ। ਹੁਣ ਆਪਾਂ ਅਗਲੀ ਕਲਾਸ ਵਿੱਚ ਮਿਲਾਂਗੇ। ਤਦ ਤੱਕ ਟੇਕ ਕੇਅਰ, ਬਾਏ ਬਾਏ।